बिस्मिल्लाहिर्रहमानिर्रहीम अस्सलाम वालेकुम। तो जी मेरे किसान भाइयों, मैं इस वक्त बीटी काटन के खेत ਦੇ ਵਿੱਚ ਮੌਜੂਦ ਹਾਂ ਤੇ ਅਗਰ ਇਸ ਦੀ ਡੇਟ ਆਫ ਕਾਸ਼ਤ ਦੀ ਗੱਲ ਕੀਤੀ ਜਾਵੇ ਨਾ ਤੇ ਇਹ ਮਿਡ ਮਾਰਚ ਦੇ ਵਿੱਚ ਕਾਸ਼ਤ ਕੀਤੀ ਸੀ ਤੇ ਇਸ ਹਿਸਾਬ ਨਾਲ ਅੱਜ ਇਹਦੀ ਉਮਰ ਜਿਹੜੀ ਹੈ ਨਾ 75 ਤੋਂ 80 ਦਿਨ ਹੋ ਗਈ ਹੈ ਤੇ ਅਲਹਮਦੁਲਿਲਾ ਅਗਰ ਇਸ ਦੀ ਫਰੂਟਿੰਗ ਦੀ ਗੱਲ ਕੀਤੀ ਜਾਵੇ ਤੇ ਇਸ ਦੀ ਟਿੰਡਿਆਂ ਦੀ ਗੱਲ ਕੀਤੀ ਜਾਵੇ ਤੇ ਇੱਕ ਪੌਦੇ ਦੇ ਨਾਲ ਨਾ तकरीबन 10-10 15-15 20-20 ਟਿੰਡੇ ਨਾ ਜੀ ਇਹ ਫੀ ਪੌਦਾ ਜਿਹੜਾ ਵਾ ਉਹ ਬਣਾ ਚੁੱਕਿਆ ਵਾ ਕਿਤੇ 35 ਟਿੰਡੇ ਵੀ ਇੱਥੇ ਬਣ ਗਏ ਆ ਤੇ ਇੱਕ ਬਹੁਤ ਅਹਿਮ ਪੁਆਇੰਟ ਆ ਜਿਹੜਾ ਮੈਂ ਆਪਦੇ ਕਿਸਾਨ ਭਾਈਆਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਦੇਖੋ ਅਗਰ ਤੁਸੀਂ ਚਾਹੁੰਦੇ ਆ ਨਾ ਕਿ ਸਾਡੀ ਪੈਦਾਵਾਰ ਅੱਛੀ ਹੋਵੇ, ਸਾਡੀ ਫੁੱਟੀ ਦੀ ਕੁਆਲਿਟੀ ਬਿਲਕੁਲ ਚਮਕਦਾਰ ਹੋਵੇ, ਅੱਛੀ ਫੁੱਟੀ ਹੋਵੇ ਔਰ ਬਿਲਕੁਲ ਉਹ ਸੰਗਲੀ ਤੋਂ ਤੇ ਆ ਦੂਸਰੇ ਜਿਹੜੇ ਪੱਤੀ ਵਗੈਰਾ ਇਹਦੇ ਤੋਂ ਪਾਕ ਹੋਵੇ ਤੇ ਫਿਰ ਸਾਨੂੰ ਉਸ ਦਾ ਰੇਟ ਜਿਹੜਾ ਨਾ ਅੱਛਾ ਮਿਲਦਾ ਵਾ ਤੇ ਮੰਡੀ ਦੇ ਵਿੱਚ ਉਹੀ ਢੇਰੀ ਰੇਟ ਦੇ ਵਿੱਚ ਅੱਗੇ ਨਿਕਲਦੀ ਆ ਜਿਸ ਢੇਰੀ ਦੀ ਕੁਛ ਕਸ਼ਿਸ਼ ਹੋਵੇ। ਤੇ ਇੱਕ ਬਹੁਤ ਅਹਿਮ ਨੁਕਤਾ ਵਾ ਜਿਹੜਾ ਮੈਂ ਇਹ ਬਿਆਨ ਕਰਨਾ ਚਾਹੁੰਦਾ ਵਾਂ, ਜਿਹੜੇ ਸਾਡੇ ਜ਼ਿਮੀਂਦਾਰ ਭਾਈਆਂ ਦੀ ਇਹ ਹੁਣ ਜ਼ਰੂਰਤ ਆ ਬੀਟੀ ਕਾਟਨ ਜਿਨ੍ਹਾਂ ਨੇ ਕਾਸ਼ਤ ਕੀਤੀ ਹੋਈ ਆ। ਦੇਖੋ ਅਗਰ ਸਾਡੀ ਕਪਾਹ ਦੇ ਵਿੱਚ ਹਵਾ ਦਾ ਗੁਜ਼ਰ ਹੋਵੇ ਨਾ ਤੇ ਫਿਰ ਉਸ ਫਸਲ ਦੀ ਰੰਗਤ, ਉਹਦਾ ਰੰਗ ਢੰਗ ਉਹ ਦੂਸਰੀ ਫਸਲ ਨਾਲੋਂ ਨਾ ਡਿਫਰੈਂਟ ਹੁੰਦਾ ਵਾ। ਉਹ ਫਸਲ ਸੋਹਣੀ ਵੀ ਲੱਗਦੀ ਆ ਤੇ ਉਸ ਦੀ ਜਿਹੜੀ ਕੁਆਲਿਟੀ ਆ ਉਹ ਵੀ ਬਹੁਤ ਬਿਹਤਰ ਹੁੰਦੀ ਆ। ਮਤਲਬ ਹਰ ਲਿਹਾਜ਼ ਨਾਲ ਨਾ ਉਹ ਅੱਛੀ ਆ, ਪ੍ਰੋਡਕਸ਼ਨ ਦੇ ਹਵਾਲੇ ਨਾਲ ਵੀ ਔਰ ਦੂਸਰੇ ਵੀ ਹਰ ਹਵਾਲੇ ਦੇ ਨਾਲ ਉਹ ਬਿਹਤਰ ਪਾਈ ਜਾਂਦੀ ਹੈ। ਅਤੇ ਜਿੱਥੇ ਤਾਂ ਕੋਈ ਥੋੜ੍ਹਾ ਜਿਹਾ ਬੂਟੇ ਨੂੰ ਹਵਾ ਲੱਗਦੀ ਹੈ ਅਤੇ ਉਸ 'ਤੇ ਫਰੂਟਿੰਗ ਵੀ ਬਹੁਤ ਜ਼ਿਆਦਾ ਵਾ, ਉੱਥੇ ਵਾਈਟ ਫਲਾਈ ਦਾ ਹਮਲਾ ਵੀ ਬਹੁਤ ਕਮ ਹੋਊਗਾ। ਅਤੇ ਜਿੱਥੇ ਬਹੁਤ ਜ਼ਿਆਦਾ ਸੰਘਣੀ ਆ ਜਿਸ ਤਰ੍ਹਾਂ ਇਹ ਵਾ ਪੌਦੇ, ਹੁਣ ਅਗਰ ਇਹਦਾ ਨਾ ਦੇਖੀਏ ਨਾ ਪਲਾਂਟੇਸ਼ਨ ਮਤਲਬ ਪੌਦਿਆਂ ਦੀ ਤਾਦਾਦ, ਅਤੇ ਪੌਦਿਆਂ ਦੀ ਤਾਦਾਦ ਇਹ ਆ ਕਿ ਇਹ ਫਾਰਮਰ ਨੇ ਨਾ ਇਸ ਨੂੰ, ਜਿਹਨੂੰ ਆਪਾਂ ਛਦਰਾਈ ਕਹਿੰਦੇ ਹਾਂ, ਕੀਤੀ ਤਾਂ ਹੈ ਵਾ ਲੇਕਿਨ ਛਦਰਾਈ ਬਹੁਤ ਥੋੜ੍ਹੀ ਕੀਤੀ ਆ। ਮਤਲਬ ਉਸਨੇ ਵਕਫਾ ਜਿਹੜਾ ਨਾ ਬਹੁਤ ਘੱਟ ਰੱਖਿਆ ਵਾ। ਅਤੇ ਜਦੋਂ ਇੱਦਾਂ ਦੀ ਸਿਚੁਏਸ਼ਨ ਪੈਦਾ ਹੋਏਗੀ ਨਾ ਤਾਂ ਥੱਲੇ ਹਬਸ ਬਣੇਗਾ, ਹਵਾ ਦਾ ਗੁਜ਼ਰ ਨਹੀਂ ਹੋਏਗਾ, ਜਿਹਦੇ ਨਾਲ ਤੁਹਾਡੇ ਜਿਹੜੇ ਹੈਗੀ ਆ ਫੁੱਲ ਗੁੱਡੀ ਉਸ ਦੀ ਸ਼ੈਡਿੰਗ ਹੋਏਗੀ, ਉਹ ਗਿਰੇਗੀ ਵੀ। ਜਿੱਦਾਂ ਦੇ ਮਰਜ਼ੀ ਤੁਸੀਂ ਬਰਾਨ ਦੇ ਲਓ, ਉਹਨੂੰ ਤੁਸੀਂ ਅਮਾਈਨੋ ਐਸਿਡ ਦੇ ਲਓ, ਉਹਨੂੰ ਤੁਸੀਂ ਜ਼ਿੰਕ ਦੇ ਲਓ, ਪੋਟਾਸ਼ ਦੇ ਲਓ, ਜਦ ਤੱਕ ਉਹਦਾ ਮੁਨਾਸਿਬ ਫਾਸਲਾ ਨਹੀਂ ਨਾ ਹੋਏਗਾ ਉਨੀ ਦੇਰ ਤੱਕ ਉਹਦਾ ਪ੍ਰੋਬਲਮ ਜਿਹੜਾ ਨਾ ਉਹ ਨਹੀਂ ਜਾਏਗਾ। ਅਤੇ ਸਭ ਤੋਂ ਪਹਿਲੇ ਨਾ ਜਿਹੜਾ ਛਦਰਾਈ ਦਾ ਮਰਹਲਾ, ਇਹਦੇ 'ਤੇ ਅੱਜ ਮੈਂ ਵੀਡੀਓ ਇਹ ਸਾਰਾ ਮੇਰਾ ਫੋਕਸ ਇਸ 'ਤੇ ਹੋਏਗਾ ਕਿ ਕਪਾਹ ਜ਼ਿਆਦਾ ਤੋਂ ਜ਼ਿਆਦਾ ਵਿਰਲੀ ਹੋਣੀ ਚਾਹੀਦੀ ਹੈ। ਮੈਂ ਤਾਂ ਇਹ ਕਹਾਂਗਾ ਕਿ 3 ਫੁੱਟ 'ਤੇ ਵੀ ਅਗਰ ਸ਼ਾਖਦਾਰ ਤੁਹਾਡੀ ਵਰਾਇਟੀ ਹੈ ਨਾ ਅਤੇ ਉਹਦਾ ਪੌਦਾ ਤੁਸੀਂ 3 ਫੁੱਟ 'ਤੇ ਵੀ ਲੈ ਜਾਓਗੇ ਅਤੇ ਉਸ ਦੀ ਐਵਰੇਜ ਜ਼ਿਆਦਾ ਹੋਊਗੀ। ਜਦ ਕਿ ਅਗਰ ਇੱਕ ਗਿੱਠ ਦੇ ਅੰਦਰ ਤੁਹਾਡੇ 2 ਪੌਦੇ ਆ ਜਾਂ ਇੱਕ ਗਿੱਠ ਤੋਂ ਬਾਹਰ ਤੁਹਾਡੇ ਪੌਦੇ ਆ ਜਾਂ 1 ਫੁੱਟ 'ਤੇ ਪੌਦੇ ਆ, ਉਹਨਾਂ ਨਾਲੋਂ ਵੀ 3 ਫੁੱਟ 'ਤੇ ਅਗਰ ਤੁਹਾਡਾ ਪੌਦਾ ਹੋਏਗਾ ਨਾ ਅਤੇ ਫਿਰ ਤੁਹਾਡੀ ਐਵਰੇਜ ਜਿਹੜੀ ਹੈ ਨਾ ਉਹ ਬਿਲਕੁਲ ਜ਼ਿਆਦਾ ਆਏਗੀ। ਤੁਹਾਡੀ ਕਪਾਹ ਥੱਲੋਂ ਗਲੂਗੀ ਨਹੀਂ ਅਤੇ ਜਿਹੜੀ ਤੁਹਾਡੀ ਫੁੱਲ ਗੁੱਡੀ ਆ ਉਸ ਦੀ ਸ਼ੈਡਿੰਗ ਨਹੀਂ ਹੋਏਗੀ। ਅਤੇ ਇਹਨਾਂ ਗੱਲਾਂ 'ਤੇ ਤੁਸੀਂ ਅਮਲ ਕਰਕੇ ਆਪਣੀ ਇਸ ਕੀਮਤੀ ਫਸਲ ਨੂੰ ਅੱਛੀ ਤਰੀਕੇ ਨਾਲ ਪ੍ਰਵਾਨ ਚੜ੍ਹਾ ਸਕਦੇ ਹਾਂ। ਅਤੇ ਅੱਗੇ ਆ ਗਿਆ ਇਸ ਦਾ ਆਬਪਾਸ਼ੀ ਔਰ ਇਸ ਦਾ ਖਾਦਾਂ ਦੇ ਸ਼ਡਿਊਲ। ਮੈਂ ਇਸ ਵਕਤ ਜਿਹੜੇ ਖੇਤ ਦੇ ਵਿੱਚ ਮੌਜੂਦ ਆ ਨਾ, ਇਹਨੂੰ ਹੁਣ ਤੱਕ ਅਸੀਂ ਗੁਆਰਾ ਦਿੱਤਾ ਵਾ ਅਤੇ ਦੂਸਰੀ ਜਿਹੜੀ ਹੈ SSP ਖਾਦ ਆ, ਕਿਉਂਕਿ DAP ਜ਼ਿਆਦਾ ਮਹਿੰਗੀ ਆ। ਕਣਕਾਂ ਤਾਂ ਉਹ ਹੈ ਜਿਹੜੀਆਂ ਸਾਡੀਆਂ ਸੇਲ ਨਹੀਂ ਹੋਈਆਂ। ਅਤੇ ਉਹ ਅੱਗੇ ਤੁਸੀਂ ਦੇਖ ਰਹੇ ਆ ਅਗਲਾ ਪਲਾਟ ਜਿਹਦੇ ਵਿੱਚ ਇੱਕ ਬੰਦਾ ਵੀ ਤੁਹਾਨੂੰ ਨਜ਼ਰ ਆ ਰਿਹਾ ਵਾ, ਉਹ ਹੁਣ ਵੀ ਕਪਾਹ ਦੀ ਉਹ ਛਦਰਾਈ ਵਗੈਰਾ ਕਰ ਰਿਹਾ ਵਾ। ਹਾਲਾਂਕਿ ਕਪਾਹ ਸਾਡੀ ਬੜੀ ਇਹ ਵੱਧ ਗਈ ਆ, ਲੇਕਿਨ ਮੈਂ ਉਹਨੂੰ ਇਹੋ ਹੀ ਤਕੀਦ ਕੀਤੀ ਆ ਕਿ ਤੁਸੀਂ ਨਾ ਇਸ ਦਾ ਜਿਹੜਾ ਛਦਰਾਈ ਦਾ ਮਰਹਲਾ ਵਾ ਉਹ ਬੇਸ਼ੱਕ ਤੁਹਾਡੀ 70-75 ਦਿਨ 'ਤੇ ਚਲੀ ਗਈ ਆ, 80-85 ਦਿਨ 'ਤੇ ਚਲੀ ਗਈ ਆ, ਤੁਸੀਂ ਫਿਰ ਵੀ ਇਹਨੂੰ ਪਹਿਲੇ ਕੈਟੇਗਰੀ 'ਤੇ ਇਹ ਆ ਵੀ ਤੁਸੀਂ 6 ਇੰਚ 'ਤੇ ਨਾ ਵਿਰਲੀ ਕਰਦੇ ਆ, ਫਿਰ ਫੁੱਟ 'ਤੇ। ਹੁਣ ਜੇ ਅਗਰ 2, 2.5, 3 ਫੁੱਟ ਵੀ ਹੋ ਗਈ ਹੈ ਨਾ ਅਤੇ 2.5-3 ਫੁੱਟ 'ਤੇ ਜਾ ਕੇ ਵੀ ਤੁਸੀਂ ਇਸ ਦੀ ਜਿਹੜੀ ਛਦਰਾਈ ਹੈ ਨਾ
ਉਸ ਨੂੰ ਅਗਰ ਕਰ ਦਿੰਦੇ ਆ ਤਾਂ ਉਹਦੇ 'ਚ ਤੁਹਾਡਾ ਫਾਇਦਾ ਹੀ ਫਾਇਦਾ ਵਾ, ਨੁਕਸਾਨ ਕੋਈ ਨਹੀਂ ਗਾ। ਅਤੇ ਇਸੇ ਤਰ੍ਹਾਂ ਹੀ ਹੈ ਦੂਸਰਾ ਪਲਾਟ ਆ, ਇਹਦੀ ਵੀ ਜਿਹੜੀ ਛਦਰਾਈ ਆ ਉਹ ਹੋ ਰਹੀ ਹੈ। ਛਦਰਾਈ ਤੁਸੀਂ ਕਰੋਗੇ ਤੇ ਫਿਰ ਹੀ ਤੁਸੀਂ ਅੱਛੀ ਪੈਦਾਵਾਰ ਜਿਹੜੀ ਹੈ ਨਾ ਇਹਦੀ ਲਵੋਗੇ। ਅਤੇ ਜਿੱਥੇ ਤੁਹਾਡੇ 3 ਪੌਦੇ ਆ ਉੱਥੇ ਵੀ ਬਿਲਕੁਲ ਤੁਹਾਡਾ 1 ਪੌਦਾ ਹੋਣਾ ਚਾਹੀਦਾ, ਔਰ ਜਿੱਥੇ ਤੁਹਾਡੇ ਗਿੱਠ ਦੇ ਅੰਦਰ ਪੌਦੇ ਆ ਉਹ ਵੀ ਤੁਸੀਂ ਉਸ ਨੂੰ ਉਖਾੜ ਕੇ ਤਕਰੀਬਨ 2 ਫੁੱਟ ਤੇ 1.5 ਫੁੱਟ ਤੇ 2.5 ਫੁੱਟ ਤੇ 3 ਫੁੱਟ ਤੇ ਆਪਦੀ ਵੈਰਾਈਟੀ ਦੇ ਹਿਸਾਬ ਨਾਲ ਤੁਸੀਂ ਇਸ ਨੂੰ ਵਿਰਲੀ ਕਰੋ। ਲਓ ਜੀ, ਉਮੀਦ ਕਰਦੇ ਹਾਂ ਕਿ ਸਾਡੀ ਅੱਜ ਵਾਲੀ ਵੀਡੀਓ ਸਾਡੇ ਨਾਜ਼ਰੀਨ ਨੂੰ ਅੱਛੇ ਤਰੀਕੇ ਨਾਲ ਇਹਨਾਂ ਦੀ ਸਮਝ ਆ ਗਈ ਹੋਊਗੀ। ਨੈਕਸਟ ਵੀਡੀਓ ਤੱਕ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ। ਦੁਆਵਾਂ 'ਚ ਸਾਨੂੰ ਯਾਦ ਰੱਖਿਆ ਜੋ। ਅੱਲਾ ਹਾਫਿਜ਼।